ਦੋਸਤੋ ਮੈਂ ਫਿਰ ਲੈ ਕੇ ਆ ਗਿਆ ਹਾਂ ਕਹਾਣੀ ਮਾਂ ਨੇ ਵੱਢਿਆ ਪਿਓ ਨੇ ਖਾਧਾ ਦਾ ਦੂਸਰਾ ਭਾਗ। ਕਹਾਣੀ ਸੁਣਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਰਜ਼ ਹੈ ਕਿ ਮੇਰੇ ਇਸ YouTube ਚੈਨਲ ਦੇ ਸਬਸਕ੍ਰਾਈਬ ਵਾਲੇ ਬਟਨ 'ਤੇ ਆਪਣੀ ਉਂਗਲੀ ਦਾ ਜਰਾ ਕੁ ਦਬਾ ਦੇ ਦਿਓ ਮੇਰਾ ਮਾਣ ਰੱਖਣ ਲਈ। ਲਓ ਕਹਾਣੀ ਪੇਸ਼ ਕਰਦਾ ਹਾਂ। ਅਗਲੇ ਦਿਨ ਤੋਂ ਰਾਜਾ ਰਾਜ ਮਹਿਲ ਦੀਆਂ ਬੰਦੀਆਂ ਨੂੰ ਬੱਚਿਆਂ ਦਾ ਧਿਆਨ ਰੱਖਣ ਲਈ ਕੁਝ ਹਦਾਇਤਾਂ ਦੇ ਕੇ ਦਰਬਾਰ ਪਹੁੰਚਿਆ। ਰਾਜੇ ਦਾ ਮਨ ਦਰਬਾਰ ਦੇ ਕੰਮਕਾਰ ਵਿੱਚ ਨਹੀਂ ਲੱਗਦਾ ਸੀ। ਕੁਝ ਜ਼ਰੂਰੀ ਕੰਮਕਾਜ ਭੁਗਤਾ ਕੇ ਅਤੇ ਬਾਕੀ ਕੰਮਾਂ ਵਾਸਤੇ ਆਪਣੇ ਦਰਬਾਰੀਆਂ ਨੂੰ ਸਮਝਾ ਕੇ ਦੁਪਹਿਰ ਤੱਕ ਵਾਪਸ ਰਾਜ ਮਹਿਲ ਆ ਗਿਆ। ਕਈ ਦਿਨ ਰਾਜਾ ਇੰਝ ਹੀ ਕਰਦਾ ਰਿਹਾ। ਉਸ ਦੀ ਉਦਾਸੀਨਤਾ ਦਰਬਾਰੀਆਂ ਨੂੰ ਅੱਖਰਦੀ ਰਹਿੰਦੀ ਸੀ। ਉਸ ਦੇ ਦਰਬਾਰੀਆਂ ਨੂੰ ਇਹ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਕਿਸੇ ਪੜੋਸੀ ਰਾਜੇ ਦੇ ਜਸੂਸ ਨੂੰ ਰਾਜੇ ਦੀ ਉਚਾਟਤਾ ਦਾ ਜੇ ਪਤਾ ਲੱਗ ਗਿਆ ਤਾਂ ਰਾਜ ਦੀ ਪ੍ਰਭੂ ਸੱਤਾ ਨੂੰ ਖਤਰਾ ਹੋ ਸਕਦਾ ਸੀ। ਉਹਨਾਂ ਨੇ ਹਰ ਰੋਜ਼ ਰਾਜੇ ਨੂੰ ਦੂਸਰੀ ਸ਼ਾਦੀ ਲਈ ਉਕਸਾਉਣਾ ਸ਼ੁਰੂ ਕਰ ਦਿੱਤਾ। ਰੋਜ਼-ਰੋਜ਼ ਦੇ ਕਹਿਣ ਨਾਲ ਰਾਜੇ ਦਾ ਮਨ ਬਦਲਣਾ ਸ਼ੁਰੂ ਹੋ ਗਿਆ। ਆਖਿਰ ਇੱਕ ਦਿਨ ਰਾਜੇ ਨੇ ਹਾਂ ਕਹਿ ਹੀ ਦਿੱਤੀ। ਉਜਵਲਗੜ੍ਹ ਦੇ ਰਾਜੇ ਦਾ ਨਾਂ ਸੀ ਚਤਰਸੈਨ। ਉਸ ਦੀ ਬੇਟੀ ਪ੍ਰਕਾਸ਼ੀ ਵਿਆਹ ਦੇ ਕਾਬਲ ਸੀ। ਉਸ ਦੀ ਸਿੰਘਗੜ੍ਹ ਦੇ ਰਾਜ 'ਤੇ ਅੱਖ ਸੀ। ਪ੍ਰਕਾਸ਼ੀ ਦਾ ਸੁਭਾਅ ਬੜਾ ਗੁੱਸੇ ਵਾਲਾ ਸੀ। ਘਰ ਵਿੱਚ ਵੀ ਉਹ ਆਪਣੀ ਰਾਣੀ ਮਾਂ ਨਾਲ ਕਿਸੇ ਨਾ ਕਿਸੇ ਗੱਲ 'ਤੇ ਰੁੱਸੀ ਰਹਿੰਦੀ। ਕਦੇ-ਕਦੇ ਆਪਣੇ ਪਿਤਾ ਨਾਲ ਵੀ ਨਾਰਾਜ਼ ਹੋ ਜਾਂਦੀ। ਉਸ ਦੀ ਹਰ ਠੀਕ ਗਲਤ ਮੰਗ ਪੂਰੀ ਹੋ ਜਾਂਦੀ ਸੀ। ਉਸ ਦਾ ਇੱਕ ਵੱਡਾ ਭਰਾ ਅਤੇ ਇੱਕ ਛੋਟੀ ਭੈਣ ਸੀ। ਦੋਵੇਂ ਭੈਣ ਭਰਾ ਪ੍ਰਕਾਸ਼ੀ ਦੇ ਅੱਕੜ ਸੁਭਾਅ ਤੋਂ ਦੁਖੀ ਸਨ। ਰਾਜਾ ਚਤਰਸੈਨ ਨੂੰ ਜਦੋਂ ਪਤਾ ਲੱਗਾ ਕਿ ਸਿੰਘਗੜ੍ਹ ਦੇ ਰਾਜਾ ਅਰਜਨਦਾਸ ਦੀ ਰਾਣੀ ਦੋ ਛੋਟੇ ਬੱਚੇ ਛੱਡ ਕੇ ਪਰਲੋਕ ਸਿਧਾਰ ਗਈ ਹੈ ਤਾਂ ਉਸਨੇ ਇੱਕ ਤੀਰ ਨਾਲ ਇੱਕ ਤੋਂ ਵੱਧ ਸ਼ਿਕਾਰ ਫੁੰਡਣ ਬਾਰੇ ਸੋਚ ਲਿਆ। ਉਸਨੇ ਆਪਣੇ ਇੱਕ ਦੂਤ ਹੱਥ ਆਪਣੀ ਬੇਟੀ ਦੇ ਰਿਸ਼ਤੇ ਬਾਰੇ ਚਿੱਠੀ ਭੇਜੀ। ਰਾਜਾ ਅਰਜਨਦਾਸ ਨੇ ਚਤਰਸੈਨ ਦੇ ਦੂਤ ਨੂੰ ਮਹਿਮਾਨ ਘਰ ਵਿੱਚ ਠਹਿਰਾਇਆ। ਅਗਲੇ ਦਿਨ ਰਾਜਾ ਦਰਬਾਰ ਵਿੱਚ ਆਇਆ। ਰਾਜੇ ਨੇ ਦਰਬਾਰ ਵਿੱਚ ਸਭ ਦੇ ਸਾਹਮਣੇ ਰਾਜਾ ਚਤਰਸੈਨ ਵੱਲੋਂ ਆਈ ਚਿੱਠੀ ਬਾਰੇ ਆਪਣੇ ਦਰਬਾਰੀਆਂ ਨੂੰ ਜਾਣੂ ਕਰਵਾਇਆ। ਵਜ਼ੀਰ ਨੇ ਕਿਹਾ, ਮਹਾਰਾਜ, ਇਸ ਰਿਸ਼ਤੇ ਬਾਰੇ ਪਹਿਲਾਂ ਆਪਸ ਵਿੱਚ ਸਾਰੇ ਦਰਬਾਰ ਦੇ ਅਹੁਦੇਦਾਰਾਂ ਅਤੇ ਅਮੀਰਾਂ ਵਜ਼ੀਰਾਂ ਦਾ ਵਿਚਾਰ ਵਟਾਂਦਰਾ ਕਰਾ ਲਓ। ਉਸ ਵਿੱਚ ਜੋ ਨਿਕਲ ਕੇ ਸਾਹਮਣੇ ਆਵੇਗਾ ਉਸ ਦੇ ਆਧਾਰ 'ਤੇ ਫੈਸਲਾ ਲਿਆ ਜਾਵੇ। ਜੋ ਵੀ ਸਹੀ ਫੈਸਲਾ ਸਰਬਸੰਮਤੀ ਨਾਲ ਲਿਆ ਜਾਵੇਗਾ ਉਸ ਤੋਂ ਦੂਤ ਨੂੰ ਅਵਗਤ ਕਰਾਇਆ ਜਾਵੇ। ਸਾਰੇ ਦਰਬਾਰੀਆਂ ਨੇ ਮਿਲ ਕੇ ਇਸ ਰਿਸ਼ਤੇ ਦੇ ਨਫਾ ਨੁਕਸਾਨ ਬਾਰੇ ਬਹਿਸ ਕੀਤੀ। ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਰਾਜਾ ਅਰਜਨਦਾਸ ਨੂੰ ਇਹ ਰਿਸ਼ਤਾ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਚਤਰਸੈਨ ਦੇ ਦੂਤ ਨੂੰ ਦਰਬਾਰ ਵਿੱਚ ਬੁਲਾਇਆ ਗਿਆ। ਰਾਜਾ ਅਰਜਨਦਾਸ ਨੇ ਪੁੱਛਿਆ, ਕੀ ਨਾਂ ਹੈ ਤੇਰਾ? ਜੀ, ਚੰਦਰ ਪ੍ਰਕਾਸ਼, ਦੂਤ ਨੇ ਡਰਦੇ ਡਰਦੇ ਉੱਤਰ ਦਿੱਤਾ। ਹਾਂ ਤਾਂ ਚੰਦਰ ਪ੍ਰਕਾਸ਼, ਆਪਣੇ ਰਾਜਾ ਨੂੰ ਕਹਿ ਦੇਣਾ ਕਿ ਰਿਸ਼ਤਾ ਤਾਂ ਮਨਜ਼ੂਰ ਹੈ, ਪਰ ਮੇਰੇ ਦੋ ਛੋਟੇ ਛੋਟੇ ਬੱਚੇ ਹਨ। ਬੇਟਾ 5 ਸਾਲ ਦਾ ਹੈ ਅਤੇ ਬੇਟੀ 3 ਸਾਲ ਦੀ ਹੈ। ਉਹ ਸ਼ਾਦੀ ਤੋਂ ਬਾਅਦ ਵੀ ਮੇਰੇ ਨਾਲ ਹੀ ਰਹਿਣਗੇ ਅਤੇ ਮੇਰਾ ਬੇਟਾ ਹੀ ਮੇਰੀ ਗੱਦੀ ਦਾ ਵਾਰਸ ਹੋਵੇਗਾ। ਜੀ ਠੀਕ ਹੈ, ਮੈਂ ਕਹਿ ਦਿਆਂਗਾ। ਰਾਜਾ ਚਤਰਸੈਨ ਨੂੰ ਕਹਿ ਦੇਣਾ ਕਿ ਆਪਣੀ ਬੇਟੀ ਨੂੰ ਇਸ ਸ਼ਰਤ ਬਾਰੇ ਦੱਸ ਦੇਵੇ, ਕਿਤੇ ਕੋਈ ਭੁਲੇਖਾ ਨਾ ਰਹਿ ਜਾਵੇ। ਜੀ, 7 ਬਚਨ ਮੈਂ ਕਹਿ ਦੇਵਾਂਗਾ, ਦੂਤ ਨੇ ਅਧੀਨਗੀ ਨਾਲ ਕਿਹਾ। ਦੂਤ ਰਾਜੇ ਨੂੰ ਪ੍ਰਣਾਮ ਕਹਿ ਕੇ ਚਲਾ ਗਿਆ। ਚਤਰਸੈਨ ਇੱਕ ਧੂਰਤ ਰਾਜਾ ਸੀ। ਉਸਨੇ ਆਪਣੀ ਅੜਬ ਸੁਭਾਅ ਦੀ ਪੁੱਤਰੀ ਪ੍ਰਕਾਸ਼ੀ ਨੂੰ ਚੰਗੀ ਤਰ੍ਹਾਂ ਪੱਕਿਆ ਕਰ ਦਿੱਤਾ ਕਿ ਰਾਜੇ ਨੂੰ ਆਪਣੇ ਰੂਪ ਜਾਲ ਵਿੱਚ ਪੂਰੀ ਤਰ੍ਹਾਂ ਫਸਾ ਲਵੇ। ਉਸ ਦੇ ਕੰਨ ਕੋਲ ਮੂੰਹ ਕਰਕੇ ਕਿੰਨਾ ਚਿਰ ਕੋਈ ਯੋਜਨਾ ਸਮਝਾਉਂਦਾ ਰਿਹਾ ਅਤੇ ਬੇਟੀ, ਇਸ ਯੋਜਨਾ ਲਈ ਜ਼ਰੂਰੀ ਹੈ ਕਿ ਆਪਣੀ ਜ਼ੁਬਾਨ ਨੂੰ ਸਹਿਜ ਬਣਾ ਕੇ ਰੱਖਣਾ। ਪ੍ਰਕਾਸ਼ੀ ਨੇ ਸਮਝ ਜਾਣ ਵਜੋਂ ਸਿਰ ਹਿਲਾਇਆ। ਇਸ ਤਰ੍ਹਾਂ ਰਾਜਾ ਚੰਦਰ ਅਰਜਨਦਾਸ ਬਹੁਤ ਹੀ ਸਾਦਗੀ ਨਾਲ ਛੋਟੀ ਜਿਹੀ ਬਰਾਤ ਲੈ ਕੇ ਉਜਵਲਗੜ੍ਹ ਪਹੁੰਚ ਗਿਆ। ਰਾਜਾ ਚਤਰਸੈਨ ਨੇ ਚੰਗਾ ਪ੍ਰਬੰਧ ਕੀਤਾ ਸੀ। ਇਸ ਤਰ੍ਹਾਂ ਪ੍ਰਕਾਸ਼ੀ ਰਾਣੀ ਬਣ ਕੇ ਰਾਜਾ ਅਰਜਨਦਾਸ ਦੇ ਮਹਿਲ ਵਿੱਚ ਆ ਗਈ। ਦੋਸਤੋ, ਕਥਾਨਕ ਫਿਰ ਲੰਬਾ ਹੋ ਰਿਹਾ ਹੈ। ਕਹਾਣੀ ਨੂੰ ਸੰਖੇਪ ਕਰਨ ਦੇ ਬਾਵਜੂਦ ਭਾਗ 2 ਵਿੱਚ ਮੈਂ ਬੰਨ੍ਹ ਨਹੀਂ ਸਕਿਆ। ਜਲਦੀ ਕਹਾਣੀ ਦਾ ਭਾਗ 3 ਲੈ ਕੇ ਆਵਾਂਗਾ। ਭਾਗ 3 ਨੂੰ ਬਹੁਤ ਦੁਖਾਂਤ ਵਾਲਾ ਹੋਵੇਗਾ। ਰਾਣੀ ਪ੍ਰਕਾਸ਼ੀ ਰਾਜੇ ਦੇ ਬੇਟੇ ਨੂੰ ਮਰਵਾ ਦੇਵੇਗੀ ਅਤੇ ਉਸਦੇ ਟੋਟੇ ਟੋਟੇ ਕਰਕੇ ਅਚਾਰ ਪਾ ਦੇਵੇਗੀ। ਇਹ ਰੋਮਾਂਚ ਦਾ ਸਿਖਰ ਹੋਵੇਗਾ।
ਤੁਸੀਂ ਜਾਣਨਾ ਚਾਹੋਗੇ ਕਿ ਫਿਰ ਰਾਜਕੁਮਾਰ ਦਾ ਕੀ ਬਣਿਆ। ਕੀ ਰਾਜਕੁਮਾਰੀ ਜਿੰਦਾ ਰਹਿ ਸਕੀ? ਕੱਲ੍ਹ ਦੇ ਭਾਗ 3 ਵਿੱਚ ਸਾਰੀਆਂ ਗੁੰਝਲਾਂ ਸੁਲਝ ਜਾਣਗੀਆਂ। ਦੋਸਤੋ, ਮਿਲਦੇ ਹਾਂ ਭਾਗ 3 ਦੇ ਨਾਲ। ਜੈ ਹਿੰਦ।